ਏਜੰਟਸ ਕਹਿੰਦੇ ਅੱਜ ਦੀ ਲੋੜ ਨਹੀਂ ਹੈ, ਅਸੀਂ ਬਾਹਰ ਭੇਜਾਂਗੇ, ਤੇ ਕੀ ਇਹ ਜੈਨੂਅਲ ਤਰੀਕਾ ਬੱਚਿਆਂ ਨੂੰ ਬਾਹਰ ਭੇਜਣ ਦਾ? ਕੈਨੇਡਾ 'ਚ ਤੁਹਾਨੂੰ ਕੋਈ ਵੀ ਕਹਿੰਦਾ ਹੈ ਕਿ ਵਿਦਆਊਟ ਆਇਲਸ ਅਸੀਂ ਭੇਜ ਦਾਂਗੇ ਤੇ ਉਹ ਬਿਲਕੁਲ ਸੱਚ ਨਹੀਂ ਹੈ। ਤੁਸੀਂ ਬਿਲਕੁਲ ਸਮਝੋ ਕਿ ਉਹ ਬੰਦਾ ਜੈਨੂਅਨ ਨਹੀਂ ਹੈ। ਜਦੋਂ ਤੁਸੀਂ ਸਟੱਡੀ ਲਈ ਅਪਲਾਈ ਕਰਦੇ ਹੋ, ਰਿਫਿਊਜ਼ਲ ਦੇ ਰੀਜ਼ਨ ਕੀ ਹੁੰਦੇ ਨੇ? ਤੁਸੀਂ ਇਰਰੈਲੇਵੈਂਟ ਪ੍ਰੋਗਰਾਮ ਲੈ ਲਿਆ ਜਾਂ ਤੁਸੀਂ ਪ੍ਰੋਗਰਾਮ ਜਿਹੜੇ ਸਬਜੈਕਟਸ ਮੋਡਿਊਲਸ ਇੱਥੇ ਹੀ ਪੜ੍ਹੇ ਹੋਏ ਨੇ ਉਹਨਾਂ ਨੂੰ ਓਵਰਲੈਪਿੰਗ ਕਰ ਲਿਆ। ਸਾਡੀ ਫੀਸ ਵੈਸੇ 8999 ਹੈ, ਬਟ ਇਹ ਜਿਹੜਾ 4999 ਹੈ ਮੈਂ ਸਪੈਸ਼ਲ ਉਹਨਾਂ ਸਟੂਡੈਂਟਸ ਲਈ ਰੱਖਿਆ ਜਿਹੜੇ ਅਫੋਰਡ ਨਹੀਂ ਕਰ ਸਕਦੇ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਗਲੋਬਲ ਹੈਡਲਾਈਨ ਨਿਊਜ਼ ਦੇ ਵਿੱਚ ਤੁਹਾਡੇ ਸਾਰੇ ਜਣਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਅਮਨ ਤੁਹਾਡਾ ਆਪਣਾ ਸ਼ੋਅ ਲੈ ਕੇ ਹਾਜ਼ਰ ਹਾਂ ਜਿਸ ਦਾ ਨਾਮ ਹੈ ਵੀਜ਼ਾ ਸ਼ੋ। ਟੁਮਾਰੋ ਆਈ ਐਮ ਗੋਇੰਗ ਟੂ ਅਬਰੋਡ। ਪਤਾ ਨਹੀਂ ਇਹ ਸਟੇਟਸ ਅਸੀਂ ਕਦੋਂ ਪਾਵਾਂਗੇ ਜੀ। ਇਹ ਸਟੇਟਸ ਤੁਸੀਂ ਬਹੁਤ ਜਲਦੀ ਪਾ ਸਕਦੇ ਹੋ, ਬਸ ਤੁਹਾਨੂੰ ਲੋੜ ਹੈ ਪ੍ਰੋਪਰ ਗਾਈਡੈਂਸ ਦੀ। ਜਿੱਦਾਂ ਕਿ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਅੱਜ ਦੇ ਟਾਈਮ ਦੇ ਵਿੱਚ ਮਾਰਕੀਟ ਵਿੱਚ ਕਿੰਨੀ ਜ਼ਿਆਦਾ ਠੱਗੀ ਆ, ਕਿੰਨੀ ਜ਼ਿਆਦਾ ਕਾਲਾ ਬਾਜ਼ਾਰੀ ਚੱਲ ਰਹੀ ਹੈ। ਬੱਚਿਆਂ ਨੂੰ ਬਾਹਰ ਜਾਣ ਦਾ ਸੁਪਨਾ ਦਿਖਾਇਆ ਜਾ ਰਿਹਾ ਪਰ ਬੱਚੇ ਬਾਹਰ ਨਹੀਂ ਜਾ ਪਾ ਰਹੇ। ਜੇ ਖੁਦਾ ਨਾ ਖਾਸਾ ਜੇ ਬਾਹਰ ਪਹੁੰਚ ਵੀ ਜਾਂਦੇ ਆ ਤੇ ਉੱਥੇ ਬੱਚਿਆਂ ਦਾ ਫਿਊਚਰ ਕੁਝ ਵੀ ਨਹੀਂ ਹੁੰਦਾ। ਸੋ ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲੇ ਇਸ ਲਈ ਅੱਜ ਮੈਂ ਇਹ ਸ਼ੋਅ ਲੈ ਕੇ ਹਾਜ਼ਰ ਹੈਗੀ ਹਾਂ। ਤੇ ਅੱਜ ਮੈਂ ਤੁਹਾਨੂੰ ਮਿਲਾਨ ਲੈ ਕੇ ਜਾ ਰਹੀ ਹਾਂ ਬੈਲਸ ਓਵਰਸੀਜ਼ ਦੇ ਐਮਡੀਜ਼ ਜਿਨ੍ਹਾਂ ਦਾ ਨਾਮ ਹੈ ਕਪਿਲ ਭਾਟੀਆ ਜੀ, ਜੋ ਕਾਫੀ ਸਾਲਾਂ ਤੋਂ ਇਸ ਲਾਈਨ ਦੇ ਵਿੱਚ ਨੇ ਤੇ ਬਹੁਤ ਸਾਰੇ ਬੱਚਿਆਂ ਦੇ ਬਾਹਰ ਜਾਣ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੋਇਆ ਇਹਨਾਂ ਨੇ। ਤੇ ਸਰ ਬਹੁਤ-ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ। ਤੇ ਸਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਿਹੜੇ ਕਿ ਕੈਨੇਡਾ ਦੇ ਰਿਫਿਊਜ਼ਲ ਕੇਸਿਸ ਆਏ ਆ ਜਾਂ ਆਏ ਸੀ ਉਹਨਾਂ ਨੂੰ ਲੈ ਕੇ ਬੱਚੇ ਕਾਫੀ ਜ਼ਿਆਦਾ ਸਟੂਡੈਂਟਸ ਡਰੇ ਹੋਏ ਨੇ, ਤੇ ਇਹਦਾ ਕੀ ਕਾਰਨ ਸੀ? ਦੇਖੋ ਪਿੱਛੇ ਕੈਨੇਡਾ ਨੇ ਬਹੁਤ ਵੱਡੇ ਪੈਮਾਨੇ ਤੇ ਰਿਫਿਊਜ਼ਲ ਦਿੱਤੀ। ਇਹ ਜਿਹੜੀ ਰਿਫਿਊਜ਼ਲ ਆਈ ਹੈ ਮੇਨਲੀ ਆਈ 21 ਜੁਲਾਈ ਤੱਕ। 22 ਜੁਲਾਈ ਤੋਂ ਰਿਜ਼ਲਟਸ ਪੋਜ਼ਿਟਿਵ ਆਉਣੇ ਸ਼ੁਰੂ ਹੋ ਗਏ ਨੇ। ਪਹਿਲਾਂ ਮੈਂ ਵੀ ਮੰਨਣਾ ਕਿ 21 ਜੁਲਾਈ ਤੱਕ ਜਿਹੜੇ ਰਿਜ਼ਲਟਸ ਸੀ 80% ਆਲਮੋਸਟ ਨੈਗੇਟਿਵ ਰਿਜ਼ਲਟਸ ਆ ਰਹੇ ਸੀ, ਬਟ ਹੁਣ ਸਿਨੈਰੀਓ ਚੇਂਜ ਹੋ ਗਿਆ। 22 ਜੁਲਾਈ ਤੋਂ ਬਾਅਦ ਨਾ ਕੇਵਲ ਬੈਲਸ ਓਵਰਸੀਜ਼ ਨੂੰ ਬਾਕੀ ਵੀ ਸਾਰੇ ਕੰਸਲਟੈਂਟਸ ਨੂੰ ਬਹੁਤ ਵੱਡੇ ਪੈਮਾਨੇ ਤੇ ਵੀਜ਼ਾ ਅਪਰੂਵਲਸ ਆਈਆਂ, PPRs ਆਈਆਂ। ਤੇ ਹੁਣ ਜਿਹੜੇ ਸਟੂਡੈਂਟਸ ਦੀ ਪਹਿਲਾਂ ਰਿਫਿਊਜ਼ਲਸ ਵੀ ਹੈਗੀ ਹੈ ਤੇ ਉਹਨਾਂ ਨੂੰ ਮੈਂ ਸਪੈਸ਼ਲੀ ਇਹ ਕਹਿਣਾ ਚਾਹੁੰਦਾ ਬਿਲਕੁਲ ਵੀ ਨਿਰਾਸ਼ ਨਾ ਹੋਵੋ। ਦੇਖੋ ਜਿਹੜੀਆਂ ਪਹਿਲਾਂ ਰਿਫਿਊਜ਼ਲਸ ਆਈਆਂ ਉਹਦਾ ਕਾਰਨ ਦੇਖਣਾ ਪਏਗਾ। ਉਹ ਆਪਣੇ ਕੇਪਸ ਨੋਟਸ ਅਪਲਾਈ ਕਰਨ। ਕੇਪਸ ਨੋਟਸ ਦੇ ਵਿੱਚ ਉਹਨਾਂ ਦਾ ਰੀਜ਼ਨ ਆਏਗਾ। ਬਿਲਕੁਲ ਵੀ ਮੈਂ ਸਟੂਡੈਂਟਸ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਉਹ ਬਿਲਕੁਲ ਵੀ ਦੁਬਾਰਾ ਨਾ ਉਹਨਾਂ ਨੂੰ ਅਪਲਾਈ ਕਰ ਦੇਣ ਉਸੇ ਪ੍ਰੋਫਾਈਲ ਤੇ। ਪਹਿਲਾਂ ਆਪਾਂ ਦੇਖਣਾ ਜੇ ਤਾਂ ਕੋਈ ਸਟੂਡੈਂਟਸ ਦੇ ਇੱਕ ਮੋਡਿਊਲ 'ਚੋਂ 5.5 ਹੈ ਜਾਂ 2 'ਚੋਂ 5.5 ਨੇ, ਉਹ ਤਾਂ ਮੈਂ ਰਿਕਮੈਂਡ ਨਹੀਂ ਕਰਦਾ, ਬਟ ਅਗਰ 1 'ਚੋਂ 5.5 ਹੈ ਤਾਂ ਮੈਂ ਉਹਨੂੰ ਕਹਾਂਗਾ ਆਇਲਸ ਇੱਕ ਵਾਰੀ ਰਿਪੀਟ ਕਰ ਲੈਣ। ਤੋ ਅਗਰ ਮੰਨ ਲਓ ਕੋਈ ਪ੍ਰੋਫਾਈਲ 'ਚ ਹੋਰ ਵੀਕਨੈਸ ਹੈਗੀ ਹੈ ਤੇ ਇੱਕ ਵਾਰੀ ਜ਼ਰੂਰ ਆਪਣਾ ਪ੍ਰੋਫਾਈਲ ਸਾਡੇ ਨਾਲ ਡਿਸਕਸ ਕਰ ਲੈਣ। ਅਸੀਂ ਵਿਦਆਊਟ ਐਨੀ ਚਾਰਜ ਉਹਨਾਂ ਨੂੰ ਫ੍ਰੀ 'ਚ ਗਾਈਡੈਂਸ ਵੀ ਪ੍ਰੋਵਾਈਡ ਕਰਾਂਗੇ। ਸਰ ਇੱਕ ਚੀਜ਼ ਮੈਂ ਪੁੱਛਣਾ ਚਾਹਾਂਗੀ ਕਿ ਬੱਚੇ ਨਾ ਆਪਣੇ ਸਬਜੈਕਟ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਨੇ। ਉਹਨਾਂ ਨੇ ਕੀਤੀ ਤਾਂ ਆਰਟਸ ਤੋਂ ਹੁੰਦੀ ਆ, ਬਟ ਅਗਰ ਕਿਸੇ ਏਜੰਟ ਕੋਲ ਜਾਂਦੇ ਹੋ ਬਾਹਰ ਜਾਣ ਦੇ ਲਾਲਚ ਵਿੱਚ ਉਹਨਾਂ ਨੂੰ ਕਹਿ ਦਿੰਦੇ ਕਿ ਜੀ ਤੁਸੀਂ BSc ਦੇ ਵਿੱਚ ਕਰ ਲਓ, ਜਿਹਦੇ ਕਰਕੇ ਬੱਚਿਆਂ ਦਾ ਰਿਫਿਊਜ਼ਲ ਆ ਜਾਂਦੇ। ਤੇ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਆਪਣੇ ਸਬਜੈਕਟ ਦੀ ਚੋਣ ਕਰਨੀ ਚਾਹੀਦੀ ਆ। ਜੀ ਬਿਲਕੁਲ ਸਹੀ ਕੁਐਸਚਨ ਹੈ ਤੁਹਾਡਾ ਕਿ ਜਦੋਂ ਤੁਸੀਂ ਸਟੱਡੀ ਲਈ ਅਪਲਾਈ ਕਰਦੇ ਹੋ, ਰਿਫਿਊਜ਼ਲ ਦੇ ਰੀਜ਼ਨ ਕੀ ਹੁੰਦੇ ਨੇ? ਤੁਸੀਂ ਇਰਰੈਲੇਵੈਂਟ ਪ੍ਰੋਗਰਾਮ ਲੈ ਲਿਆ ਜਾਂ ਤੁਸੀਂ ਪ੍ਰੋਗਰਾਮ ਜਿਹੜੇ ਸਬਜੈਕਟਸ ਮੋਡਿਊਲਸ ਇੱਥੇ ਹੀ ਪੜ੍ਹੇ ਹੋਏ ਨੇ ਉਹਨਾਂ ਨੂੰ ਓਵਰਲੈਪਿੰਗ ਕਰ ਲਿਆ, ਜਾਂ ਤੁਸੀਂ ਮੰਨ ਲਓ ਤੁਹਾਡੇ ਅਕਾਊਂਟਿੰਗ 'ਚ ਨੰਬਰ ਘੱਟ ਨੇ, ਤੁਸੀਂ ਅੱਗੋਂ ਅਕਾਊਂਟਿੰਗ ਦਾ ਹੀ ਕੋਰਸ ਲੈ ਕੇ ਜਾ ਰਹੇ ਹੋ। ਜਿਹੜੇ ਸਬਜੈਕਟਸ ਤੁਹਾਡੇ ਮਾਰਕਸ ਜ਼ਿਆਦਾ ਉਹਦੇ ਨਾਲ ਰਿਲੇਟਿਡ ਕੋਰਸ ਲਓ। ਸੈਕੰਡਲੀ ਅਗਰ ਜਿਹੜਾ ਤੁਹਾਡਾ ਗੈਪ ਹੈ ਉਹਨੂੰ ਪ੍ਰੋਪਰਲੀ ਜਸਟੀਫਾਈ ਕਰੋ। ਉੱਤੇ ਕੀ ਕਰਦੇ ਕਿ ਮੋਸਟਲੀ ਏਜੰਟ ਇੱਕ ਐਕਸਪੀਰੀਅੰਸ ਸਰਟੀਫਿਕੇਟ ਲਗਾ ਦਿੰਦੇ ਨੇ। ਇਹਨੂੰ ਮੈਂ ਬਿਲਕੁਲ ਵੀ ਰਿਕਮੈਂਡ ਨਹੀਂ ਕਰਦਾ। ਜਿਹੜੇ ਵੀ ਸਟੂਡੈਂਟਸ ਨੇ ਅਗਰ ਕਿਸੇ ਦਾ ਗੈਪ ਹੈ 2 ਤੋਂ ਜ਼ਿਆਦਾ ਸਾਲ ਦਾ, 2 ਜਾਂ 3 ਜਾਂ 4 ਸਾਲ ਦਾ, ਉਹ ਬਿਲਕੁਲ ਪਹਿਲਾਂ ਉਹਦੀ ਅਪਾਇੰਟਮੈਂਟ ਲੈਟਰ ਲਗਾਉਣ, ਉਹਦੀ ਆਫਰ ਲੈਟਰ ਲਗਾਉਣ, ਉਹਨਾਂ ਦਾ ਹਰ ਸਾਲ ਇਨਕਰੀਮੈਂਟ ਲੈਟਰ ਲਗਾਉਣ, ਉਹਨਾਂ ਦੀ ਅਗਰ ਸੈਲਰੀ ਅਕਾਊਂਟ 'ਚ ਆ ਰਹੀ ਤਾਂ ਪੂਰੀ ਉਹਦੀ ਸਟੇਟਮੈਂਟ ਲਗਾਉਣ, ਉਹਨਾਂ ਦੀ ਪੂਰੀ ਅਗਰ ਨਹੀਂ ਸੈਲਰੀ ਅਕਾਊਂਟ 'ਚ ਆ ਰਹੀ ਕੈਸ਼ ਵੀ ਲੈ ਰਹੇ ਤਾਂ ਪੂਰੀਆਂ ਪੇ ਸਲਿਪਸ ਲਗਾਉਣ। ਪਲੱਸ ਅਗਰ ਤੁਸੀਂ ਉੱਥੇ ਜੈਨੂਅਨਲੀ ਉੱਥੇ ਕਰ ਵੀ ਰਹੇ ਹੋ ਵਕਤ ਤੇ ਉਹਦਾ ਸੋਸ਼ਲ ਮੀਡੀਆ ਜਾਂ ਕੁਝ ਪਿਕਚਰਸ ਵਗੈਰਾ ਉਹ ਵੀ ਨਾਲ ਅੰਬੈਸੀ ਨੂੰ ਅਟੈਚ ਕਰੋ ਤਾਂ ਕਿ ਤੁਸੀਂ ਉਹਨੂੰ ਜਸਟੀਫਾਈ ਕਰ ਸਕੋ ਉਸ ਗੈਪ ਨੂੰ, ਔਰ ਅੰਬੈਸੀ ਨੂੰ ਇਹ ਦੱਸ ਸਕੋ ਕਿ ਤੁਸੀਂ ਵਾਕਈ ਜੈਨੂਅਨ ਸਟੂਡੈਂਟ ਹੋ, ਬੋਨਾਫਾਈਡ ਸਟੂਡੈਂਟ ਹੋ। ਬਿਲਕੁਲ ਸਰ। ਤੇ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ ਕਿ ਬੱਚਿਆਂ ਨੂੰ ਹਾਲੇ ਤੱਕ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਨੂੰ PTE ਦੇ ਵਿੱਚ ਤੇ IELTS ਦੇ ਵਿੱਚ ਫਰਕ ਹੀ ਨਹੀਂ ਪਤਾ। ਨਹੀਂ ਦੇਖੋ ਇਹ ਬਹੁਤ ਵਧੀਆ ਸਵਾਲ ਹੈ ਕਿ ਮੋਸਟਲੀ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ SDS ਕੈਟਾਗਰੀ ਕਿਹੜੀ ਹੈ ਤੇ ਨਾਨ SDS ਕਿਹੜੀ ਹੈ। ਜਿਹੜਾ IELTS ਹੈ, ਅਗਰ IELTS 'ਚ ਤੁਹਾਡੇ 6 ਈਚ ਹੈਗੇ ਨੇ
ਤੁਸੀਂ SDS ਕੈਟਾਗਰੀ 'ਚ ਫਾਲ ਕਰਦੇ ਹੋ। ਅਗਰ ਤੁਸੀਂ PT ਕੀਤੀ ਆਇਲਸ ਇੱਕ ਮੋਡਿਊਲ 'ਚ ਵੀ 5.5 ਨੇ ਤੇ ਤੁਸੀਂ ਨੌਨ SDS 'ਚ ਫਾਲ ਕਰੋਗੇ। ਹਾਂ, ਹੁਣ ਇਹ ਜ਼ਰੂਰ ਕੁਐਸਚਨ ਆਉਂਦਾ ਹੈ ਕਿ SDS ਦੀ ਹਮੇਸ਼ਾ ਸਕਸੈਸ ਰੇਸ਼ੋ ਜ਼ਿਆਦਾ ਰਹਿੰਦੀ ਹੈ ਬਨਿਸਬਤ ਨੌਨ SDS ਦੇ, ਤੇ ਮੈਂ ਸਟੂਡੈਂਟਸ ਨੂੰ ਹਮੇਸ਼ਾ ਪ੍ਰੈਫਰ ਕਰਦਾ ਕਿ ਉਹ SDS ਕੇਸਿਸ 'ਚ ਹੀ ਆਪਣੀ ਫਾਈਲ ਲਗਾਉਣ। ਤੇ ਸਰ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਕਰੋਨਾ ਕਰਕੇ ਕਾਫੀ ਬੱਚੇ ਲਾਸ ਦੇ ਵਿੱਚ ਜੀ ਰਹੇ ਨੇ, ਬਟ ਹੁਣ ਅਗਰ ਬੱਚੇ ਬਾਹਰ ਜਾਣਾ ਚਾਹੁੰਦੇ ਆ ਤੇ ਕੋਈ ਇੱਦਾਂ ਦੀ ਇੰਸਟੀਟਿਊਟ ਹੈਗੀ ਜਿਹੜੇ ਕਾਫੀ ਘੱਟ ਪ੍ਰਾਈਸ ਦੇ ਵਿੱਚ ਉਹਨਾਂ ਨੂੰ ਬੈਟਰ ਫਿਊਚਰ ਦੇ ਸਕਣ? ਜੀ ਬਿਲਕੁਲ, ਅਸੀਂ ਇਸ ਚੀਜ਼ ਤੇ ਬਹੁਤ ਰਿਸਰਚ ਕੀਤੀ ਹੈ ਕਿਉਂਕਿ ਕੋਵਿਡ ਦੇ ਟਾਈਮ ਤੇ ਬਹੁਤ ਸਾਰੇ ਸਟੂਡੈਂਟਸ ਜਿਹੜੇ ਕਿ ਪੇਰੈਂਟਸ ਵੀ ਸਫਰ ਕਰ ਰਹੇ ਨੇ, ਸਟੂਡੈਂਟਸ ਕੋਲ ਪੈਸੇ ਨਹੀਂ ਹੈਗੇ, ਤੇ ਸਪੈਸ਼ਲੀ ਅਸੀਂ ਕੈਨੇਡਾ ਦੇ ਵਿੱਚ ਉਹ ਇੰਸਟੀਚਿਊਟਸ 4-5 ਸਾਡੇ ਕੋਲ ਇੰਸਟੀਚਿਊਟਸ ਹੈਗੇ ਨੇ, ਕੁਝ ਪ੍ਰੋਫੈਸ਼ਨਲ ਕੰਪਲਸ਼ਨਸ ਕਰਕੇ ਮੈਂ ਉਹਨਾਂ ਦਾ ਨਾਮ ਨਹੀਂ ਲੈ ਸਕਦਾ, ਲੇਕਿਨ ਉਹ ਇੰਸਟੀਚਿਊਟ ਸਾਡੇ ਕੋਲ ਹੈਗੇ ਨੇ, ਪਬਲਿਕ ਕਾਲਜਿਸ ਹੈਗੇ ਨੇ, ਪਬਲਿਕ ਯੂਨੀਵਰਸਿਟੀਜ਼ ਵੀ ਹੈਗੀਆਂ ਸਾਡੇ ਕੋਲ, ਔਰ ਉਹਨਾਂ ਦੇ ਵਿੱਚ ਪੜ੍ਹਨ ਤੇ ਬਾਅਦ ਬੱਚੇ ਨੂੰ ਪੋਸਟ ਸਟੱਡੀ ਵਰਕ ਪਰਮਿਟ ਵੀ ਮਿਲੇਗਾ। ਅਸੀਂ ਕਦੇ ਵੀ ਇੱਕ ਵੀ ਸਟੂਡੈਂਟ ਨੂੰ ਉੱਥੇ ਨਹੀਂ ਭੇਜਿਆ ਜਿੱਥੇ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਹੈਗਾ। ਹਮੇਸ਼ਾ ਸਾਡੇ ਬੈਲਜ਼ ਓਵਰਸੀਜ਼ ਵੱਲੋਂ ਸਟੂਡੈਂਟਸ ਨੂੰ ਉੱਥੇ ਭੇਜਿਆ ਜਾਂਦਾ ਜਿੱਥੇ ਪੋਸਟ ਸਟੱਡੀ ਵਰਕ ਪਰਮਿਟ ਹੋਵੇ ਔਰ ਬੱਚੇ ਦਾ ਕਰੀਅਰ ਅੱਛਾ ਬਣਦਾ ਹੋਵੇ। ਤੇ ਸਾਡੇ ਕੋਲ ਇੱਦਾਂ ਦੇ ਕਈ ਇੰਸਟੀਚਿਊਟਸ ਹੈਗੇ ਨੇ ਜਿਨ੍ਹਾਂ ਦੀ ਫੀਸ $10,000 ਤੋਂ ਘੱਟ ਹੈ, ਯਾਨੀ ਕਿ ਅਪਰੋਕਸੀਮੇਟਲੀ 6 ਲੱਖ ਰੁਪਏ ਦੇ ਲਗਭਗ। ਤੇ 6 ਲੱਖ ਤੋਂ ਘੱਟ ਫੀਸ ਵਾਲੇ ਵੀ ਕਈ ਕਾਲਜ ਹੈਗੇ ਨੇ। ਜੇ ਕੋਈ ਵੀ ਸਟੂਡੈਂਟਸ ਆਪਣਾ ਪ੍ਰੋਫਾਈਲ ਨੂੰ ਅਸੈਸ ਕਰਾਉਣਾ ਚਾਹੁੰਦੇ ਹੋ, ਫ੍ਰੀ ਆਫ ਕਾਸਟ ਸਾਡੇ ਕੋਲ ਅਸੈਸਮੈਂਟ ਕਰਾ ਸਕਦੇ ਨੇ। ਅਸੀਂ ਉਹਨਾਂ ਨੂੰ ਦੱਸਾਂਗੇ ਕਿ ਤੁਸੀਂ ਇਸ ਕੋਰਸ ਲਈ ਇਸ ਕਾਲਜ 'ਚ ਐਲੀਜੀਬਲ ਹੈਗੇ ਹੋ ਤੇ ਫਲਾਣੇ ਇਨਟੇਕਸ ਤੁਸੀਂ ਜਾ ਸਕਦੇ ਹੋ ਤੇ ਇੰਨੀ ਤੁਹਾਡੀ ਫੀਸ ਹੋਏਗੀ। ਸਰ ਇੱਕ ਚੀਜ਼ ਮੈਂ ਪੁੱਛਣਾ ਚਾਹਾਂਗੀ ਕਿ ਬਾਹਰ ਜਾਣ ਵਾਸਤੇ ਆਇਲਸ ਦੀ ਲੋੜ ਹੁੰਦੀ ਹੈ? ਕਿਉਂਕਿ ਅੱਜ ਦਾ ਟਾਈਮ ਇੱਦਾਂ ਦਾ ਚੱਲ ਰਿਹਾ ਕਿ ਏਜੰਟਸ ਕਹਿੰਦੇ ਆਇਲਸ ਦੀ ਲੋੜ ਨਹੀਂ ਹੈ, ਅਸੀਂ ਬਾਹਰ ਭੇਜਾਂਗੇ, ਤੇ ਕੀ ਇਹ ਜੈਨੂਅਲ ਤਰੀਕਾ ਬੱਚਿਆਂ ਨੂੰ ਬਾਹਰ ਭੇਜਣ ਦਾ? ਨਹੀਂ ਜੀ, ਬਿਲਕੁਲ ਨਹੀਂ। ਅਗਰ ਤੁਸੀਂ ਕੈਨੇਡਾ 'ਚ ਤੁਹਾਨੂੰ ਕੋਈ ਵੀ ਕਹਿੰਦਾ ਹੈ ਕਿ ਵਿਦਆਊਟ ਆਇਲਸ ਅਸੀਂ ਭੇਜ ਦਾਂਗੇ ਤੇ ਉਹ ਬਿਲਕੁਲ ਸੱਚ ਨਹੀਂ ਹੈ। ਤੁਸੀਂ ਬਿਲਕੁਲ ਸਮਝੋ ਕਿ ਉਹ ਬੰਦਾ ਜੈਨੂਅਨ ਨਹੀਂ ਹੈ, ਤੁਸੀਂ ਉਹਦੇ ਕੋਲ ਨਾ ਜਾਓ। ਹਾਂ, UK ਦੇ ਵਿੱਚ ਵਿਦਆਊਟ ਆਇਲਸ ਵੀ ਪੋਸੀਬਲ ਹੈ। UK ਅਗਰ ਤੁਹਾਡੇ +2 ਇੰਗਲਿਸ਼ ਦੇ ਵਿੱਚ 2017 ਤੋਂ ਬਾਅਦ ਤੁਸੀਂ +2 ਕੀਤੀ ਹੈ ਔਰ +2 ਇੰਗਲਿਸ਼ ਦੇ ਵਿੱਚ ਤੁਹਾਡੇ 70% ਮਾਰਕਸ ਹੈਗੇ ਨੇ ਤੇ ਤੁਸੀਂ ਬਿਲਕੁਲ ਵਿਦਆਊਟ ਆਇਲਸ ਵੀ UK ਜਾ ਸਕਦੇ ਹੋ। ਲੇਕਿਨ ਕੈਨੇਡਾ 'ਚ ਇੱਦਾਂ ਦਾ ਕੋਈ ਪ੍ਰੋਬੇਬਿਲਿਟੀ ਨਹੀਂ ਹੈ। ਕੈਨੇਡਾ ਬਿਨਾਂ ਆਇਲਸ ਤੋਂ ਤੁਸੀਂ ਬਿਲਕੁਲ ਨਹੀਂ ਜਾ ਸਕਦੇ। ਹਾਂ, UK ਤੁਸੀਂ ਜਾ ਸਕਦੇ ਹੋ। ਇੱਕ ਸਾਡੇ ਕੋਲ ਇੱਦਾਂ ਦੀ ਵੀ ਯੂਨੀਵਰਸਿਟੀ ਹੈਗੀ ਜਿੱਥੇ +2 ਇੰਗਲਿਸ਼ 'ਚ ਕੇਵਲ 60% ਨੰਬਰ ਹੋਣੇ ਚਾਹੀਦੇ ਨੇ। ਓਵਰਆਲ ਚਾਹੇ ਤੁਹਾਡੇ 50% ਨੰਬਰ ਹੀ ਤਾਂ ਵੀ ਕੋਈ ਦਿੱਕਤ ਨਹੀਂ, ਲੇਕਿਨ +2 2017 ਤੋਂ ਬਾਅਦ ਵਾਲੀ ਹੋਣੀ ਚਾਹੀਦੀ ਹੈ। 2017, 18, 19 ਵੀ ਪਾਸ ਆਊਟ ਬੱਚੇ ਨੇ, ਉਹ ਬਿਲਕੁਲ ਵਿਦਆਊਟ ਆਇਲਸ ਅਸੀਂ UK ਉਹਨਾਂ ਨੂੰ ਐਡਮਿਸ਼ਨ ਦਵਾ ਸਕਦੇ ਹਾਂ ਤੇ ਉਹਨਾਂ ਨੂੰ ਵੀਜ਼ਾ ਤੱਕ ਵੀ ਪਹੁੰਚਾ ਸਕਦੇ ਹਾਂ। ਠੀਕ ਹੈ ਸਰ, ਤੇ ਜਿੱਦਾਂ ਕਿ ਹੁਣ ਫਲਾਈਟਸ ਬੰਦ ਹੈਗੀਆਂ, ਕਾਫੀ ਬੱਚੇ ਮਤਲਬ ਸਸਪੈਂਸ ਤੋਂ ਜੀ ਰਹੇ ਕਿ ਫਲਾਈਟਸ ਕਦੋਂ ਓਪਨ ਹੋਣਗੀਆਂ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਤਾਂ ਫੁੱਲੀ ਵੈਕਸੀਨੇਟਿਡ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਨੂੰ ਆਲਰੇਡੀ 2 ਡਬਲ ਡੋਜ਼ ਲੱਗ ਚੁੱਕੀਆਂ, ਉਹ ਸਟੂਡੈਂਟ ਟਰੈਵਲ ਕਰ ਸਕਦੇ ਨੇ। ਬਸ ਇੱਕ ਚੀਜ਼ ਦਾ ਧਿਆਨ ਰੱਖਣ ਕਿ ਜਿਹੜਾ ਸੈਕਿੰਡ ਡੋਜ਼ ਜਦੋਂ ਉਹਨਾਂ ਨੂੰ ਲੱਗੀ ਉਸ ਤੋਂ 14 ਡੇ ਬਾਅਦ ਹੀ ਆਪਣੀ ਫਲਾਈਟ ਬੁੱਕ ਕਰਾਉਣ, ਤੇ ਉਹ ਤਾਂ ਹੁਣ ਵੀ ਫਲਾਈਟਸ ਚੱਲ ਰਹੀਆਂ। ਪਲੱਸ ਕੁਝ ਸਟੂਡੈਂਟਸ ਇਨਡਾਇਰੈਕਟ ਰੂਟ ਤੋਂ ਜਾ ਰਹੇ ਨੇ ਔਰ ਉਸ ਤੋਂ ਬਾਅਦ ਵੀ 21 ਤਰੀਕ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਸ਼ਾਇਦ ਕੈਨੇਡਾ ਇਹਨਾਂ ਨੂੰ ਫਲਾਈਟਸ ਨੂੰ ਸਟਾਰਟ ਕਰ ਦੇਗਾ। ਤੇ ਸਟੂਡੈਂਟਸ ਜੇ ਥੋੜੀ ਜਿਹੀ ਪੇਸ਼ੈਂਸ ਰੱਖਣ 21 ਤੋਂ ਬਾਅਦ ਆਪਣਾ ਟਰੈਵਲ ਵੀ ਕਰ ਸਕਦੇ ਨੇ। ਠੀਕ ਹੈ ਸਰ, ਤੇ ਜਿਹੜੇ ਸਰ ਮੌਂਟਰੀਅਲ ਦੇ 10 ਕਾਲਜਿਸ ਹੈ ਤੇ ਉਹਨਾਂ ਵਿੱਚ ਕੀ ਬੱਚਿਆਂ ਦਾ ਫਿਊਚਰ ਹੈ? ਦੇਖੋ, ਹੁਣ ਬੈਲਜ਼ ਓਵਰਸੀਜ਼ ਦਾ ਤਾਂ ਹਾਲੇ ਤੱਕ ਕੋਈ ਵੀ ਉਸ ਕਾਲਜਿਸ 10 ਕਾਲਜਿਸ ਚੋਂ ਕਿਸੇ ਦਾ PPR ਨਹੀਂ ਆਈ, ਕਿਸੇ ਦਾ ਰਿਜ਼ਲਟਸ ਨਹੀਂ ਆਇਆ। ਲੇਕਿਨ ਕੁਝ ਕੰਸਲਟੈਂਟ ਸਾਡੇ ਭਰਾ ਹੈਗੇ ਨੇ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਦਾ ਕੈਨੇਡਾ ਕਾਲਜ, CDI ਕਾਲਜ ਦੇ ਵਿੱਚ ਕੁਝ ਵੀਜ਼ਾਸ ਆਏ ਨੇ, ਕੁਝ PPRs ਆਈਆਂ ਨੇ, ਤੇ ਉਮੀਦ ਹੈ ਕਿ ਹੁਣ ਉਹਨਾਂ ਦੇ ਵੀ ਰਿਜ਼ਲਟਸ ਆਉਣੇ ਸਟਾਰਟ ਹੋ ਜਾਣਗੇ। ਹਾਲਾਂਕਿ ਜਿੱਦਾਂ ਐਮਬੈਸੀ ਨੇ ਪਹਿਲਾਂ ਕਿਹਾ ਸੀ ਕਿ ਅਸੀਂ 6 ਅਗਸਤ ਤੱਕ ਸਾਰੇ ਰਿਜ਼ਲਟਸ ਦੇ ਦਾਂਗੇ, ਬਟ ਉਹਨਾਂ ਦਾ 4 ਅਗਸਤ ਨੂੰ ਫਿਰ ਅਪਡੇਟ ਆ ਗਿਆ ਸੀ ਕਿ ਅਸੀਂ ਸਾਰਿਆਂ ਦਾ ਨਹੀਂ ਦੇ ਸਕਦੇ ਰਿਜ਼ਲਟਸ। ਅਸੀਂ ਕੋਸ਼ਿਸ਼ ਕਰਾਂਗੇ 6 ਅਗਸਤ ਤੱਕ ਮੈਕਸਿਮਮ ਦੇਣ ਦੀ। ਬਾਕੀ ਵੀ ਜਿਹੜੇ ਇਹਨਾਂ ਨੂੰ ਵੀ ਆਪਾਂ 10 ਕਾਲਜਿਸ ਨੂੰ ਵੀ ਅਸੀਂ ਬਲੈਕ ਲਿਸਟ 'ਚ ਨਹੀਂ ਪਾਇਆ ਹੋਇਆ, ਇਹਨਾਂ ਦੇ ਵੀ ਰਿਜ਼ਲਟਸ ਅਸੀਂ ਦਾਂਗੇ, ਪਰ ਕਿਉਂਕਿ ਇਹਨਾਂ ਨੂੰ ਐਕਸਟਰਾ ਡਾਕੂਮੈਂਟ ਰਿਕੁਐਸਟ ਸੀ ਤੇ ਉਹਨਾਂ ਨੂੰ ਅਸੀਂ ਅਸੈਸ ਕਰਨ ਨੂੰ ਸਾਨੂੰ ਟਾਈਮ ਥੋੜਾ ਜਿਹਾ ਹੋਰ ਲੱਗੇਗਾ। ਠੀਕ ਹੈ ਸਰ, ਆਇਲਸ ਫਰੋਮ ਬੈਲਜ਼ 4999 ਐਡ ਦਾ ਕੀ ਸੱਚ ਹੈ? ਆਇਲਸ 4999 ਅਸੀਂ ਕੋਈ ਇਸ ਲਈ ਨਹੀਂ ਪਾਇਆ ਕਿ ਕੋਈ ਅਸੀਂ ਆਪਣਾ ਆਪ ਨੂੰ ਬਹੁਤ ਬੂਸਟ ਕਰਨਾ ਚਾਹੁੰਦੇ ਹਾਂ, ਐਡ ਕਰਨਾ ਚਾਹੁੰਦੇ। ਸਾਡੀ ਫੀਸ ਵੈਸੇ 8999 ਹੈ, ਬਟ ਇਹ ਜਿਹੜਾ 4999 ਹੈ ਮੈਂ ਸਪੈਸ਼ਲ ਉਹਨਾਂ ਸਟੂਡੈਂਟਸ ਲਈ ਰੱਖਿਆ ਜਿਹੜੇ ਅਫੋਰਡ ਨਹੀਂ ਕਰ ਸਕਦੇ, ਸਪੈਸ਼ਲੀ ਉਹ ਬੱਚੀਆਂ ਜਿਨ੍ਹਾਂ ਨੂੰ ਥੋੜੇ ਜਿਹੇ ਘਰੋਂ ਫਾਈਨੈਂਸ਼ੀਅਲੀ ਵੀਕ ਨੇ, ਉਹਨਾਂ ਲਈ ਅਸੀਂ ਸਪੈਸ਼ਲ ਇੱਕ ਈਵਨਿੰਗ ਬੈਚ ਅਰੇਂਜ ਕੀਤਾ ਹੋਇਆ। ਉਹਦੇ ਵਿੱਚ ਅਸੀਂ ਸਿਰਫ 4999 ਚਾਰਜ ਕਰਦੇ ਹਾਂ, ਜਦਕਿ ਸਾਡੀ ਆਇਲਸ ਦੀ ਜਿਹੜੀ ਕੁਆਲਿਟੀ ਹੈ
ਜਿਹੜੇ ਸਟੈਂਡਰਡ ਪੈਰਾਮੀਟਰਸ ਉਹ ਕਿਸੇ ਵੀ ਬ੍ਰਾਂਡਡ ਇੰਸਟੀਚਿਊਟ ਨਾਲੋਂ ਘੱਟ ਨਹੀਂ ਹੈਗੇ। ਅਸੀਂ ਡੇਲੀ ਚਾਰੋਂ ਦੇ ਚਾਰੋਂ ਮੋਡਿਊਲ ਕਰਵਾਉਂਦੇ ਆ, ਲਿਸਨਿੰਗ, ਰੀਡਿੰਗ, ਰਾਈਟਿੰਗ ਔਰ ਸਪੀਕਿੰਗ 1 to 1 ਡੇਲੀ ਹੁੰਦੀ ਹੈ। ਉਸ ਤੋਂ ਇਲਾਵਾ ਵੀ ਅਸੀਂ ਸਪੈਸ਼ਲ ਗ੍ਰਾਮਰ ਦੇ ਕਲਾਸਿਸ ਲਗਾਉਂਦੇ ਆ, ਸਪੈਸ਼ਲ ਸਾਡੇ ਵੋਕੈਬ ਵਰਡਸ ਡੇਲੀ ਬੱਚਿਆਂ ਨੂੰ ਕਰਾਏ ਜਾਂਦੇ ਨੇ, ਐਕਸਟਰਾ ਵੋਕੈਬ ਕਲਾਸਿਸ ਹੁੰਦੀਆਂ। ਉਸ ਤੋਂ ਇਲਾਵਾ ਵੀ ਐਵਰੀ ਸੈਟਰਡੇ ਸਾਡਾ ਮੌਕ ਟੈਸਟ ਹੁੰਦਾ ਹੈ, ਜਿਹਦੇ ਰਿਜ਼ਲਟਸ ਬੱਚਿਆਂ ਨਾਲ ਬਾਅਦ ਚੋਂ ਡਿਸਕਸ ਕੀਤਾ ਜਾਂਦਾ। ਜਿਹੜਾ ਸਟੂਡੈਂਟ ਦੇਖਦੇ ਆ ਕਿ ਜਿਸ ਮੋਡਿਊਲ 'ਚੋਂ ਵੀਕ ਹੈ ਉਹਨੂੰ ਉਹਦੀਆਂ ਸਪੈਸ਼ਲ ਕਲਾਸਿਸ ਦਿੱਤੀਆਂ ਜਾਂਦੀਆਂ। ਸਾਡਾ ਪਰਪਸ ਸਿਰਫ ਆਇਲਸ 'ਚੋਂ ਪੈਸੇ ਕਮਾਉਣਾ ਨਹੀਂ, ਆਇਲਸ ਤਾਂ ਅਸੀਂ ਇਸ ਵਾਸਤੇ ਰੱਖੀ ਬੱਚਿਆਂ ਦੇ ਹੈਲਪ ਵਾਸਤੇ, ਤਾਂ ਕਿ ਉਹਨਾਂ ਨੂੰ ਸਟੂਡੈਂਟਸ ਨੂੰ ਅਸੀਂ ਉਹਨਾਂ ਦਾ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕੀਏ, ਜਿਹੜੇ ਸਟੂਡੈਂਟਸ ਆਇਲਸ ਕਰਕੇ ਆਪਣਾ ਸੁਪਨਾ ਨਹੀਂ ਪੂਰਾ ਕਰ ਪਾਉਂਦੇ। ਠੀਕ ਹੈ ਸਰ, ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗੀ, ਆਫਟਰ ਵੀਜ਼ਾ ਤੇ ਸਟੈਪ ਬਾय ਸਟੈਪ ਪੇਮੈਂਟ ਦੇ ਵਿੱਚ ਕੀ ਡਿਫਰੈਂਸ ਹੈ? ਦੇਖੋ, ਮੈਂ ਹਮੇਸ਼ਾ ਸਟੂਡੈਂਟਸ ਨੂੰ ਇਹੀ ਕਹਾਂਗਾ ਕਿ ਹਮੇਸ਼ਾ ਪ੍ਰੈਫਰ ਕਰੋ, ਅਗਰ ਤੁਸੀਂ ਸਟੈਪ ਬਾਈ ਸਟੈਪ ਪੇਮੈਂਟ ਕਰੋਗੇ ਤਾਂ ਤੁਹਾਨੂੰ ਇਕਨੋਮਿਕਲ ਪਏਗਾ। ਜਿੱਦਾਂ ਹੁਣ ਕੈਨੇਡਾ ਦੇ ਵਿੱਚ ਜਿਹੜੀ ਪ੍ਰੋਬਲਮ ਆਈ ਸੀ 10 ਕਾਲਜਿਸ ਵਾਲੀ, ਇਹ ਪ੍ਰੋਬਲਮ ਹੀ ਇਸੇ ਕਰਕੇ ਆਈ ਕਿ ਬਹੁਤ ਸਾਰੇ ਜਿਹੜੇ ਉੱਥੇ ਕਾਲਜਿਸ ਸੀਗੇ, ਕੁਝ ਕੰਸਲਟੈਂਟਸ ਨੇ ਸਿਰਫ $250 ਦੇ ਕੇ LOA ਲੈ ਕੇ ਫਾਈਲਾਂ ਲਗਾਤੀਆਂ ਸੀ ਐਮਬੈਸੀ 'ਚ, ਜਦਕਿ ਉਹਨਾਂ ਦੇ ਰੂਲ ਹੈ ਕਿ 1 ਸਾਲ ਦੀ ਫੀਸ ਦੇਣੀ ਚਾਹੀਦੀ, ਫੀਸ ਬਿਲਕੁਲ ਨਹੀਂ ਦਿੱਤੀ ਗਈ ਸੀ। ਉਸੇ ਕਰਕੇ ਉਹਨਾਂ 10 ਕਾਲਜਿਸ ਦੀ ਇਨਵੈਸਟੀਗੇਸ਼ਨ ਬੈਠੀ ਸੀ, ਇਸ ਕਰਕੇ ਇੰਨੇ ਬੱਚਿਆਂ ਦਾ ਅੱਜ ਤੱਕ ਫਿਊਚਰ ਲਟਕਿਆ ਹੋਇਆ। ਤੇ ਪ੍ਰੈਫਰ ਕਰੋ ਸਟੈਪ ਬਾਈ ਸਟੈਪ ਪੇਮੈਂਟ ਦਿਓ, ਔਰ ਉਹ ਬਿਲਕੁਲ ਜੈਨੂਅਨ ਤਰੀਕਾ ਹੈ। ਬਟ ਅਗਰ ਕੋਈ ਸਟੂਡੈਂਟ ਇਹ ਚਾਹੁੰਦੇ ਨੇ ਕਿ ਠੀਕ ਹੈ ਅਸੀਂ ਫਿਊਚਰ 'ਚ ਰਿਸਕ ਨਹੀਂ ਲੈਣਾ ਚਾਹੁੰਦੇ, ਤੇ ਉਹ ਆਪਣਾ ਪੈਕੇਜ ਵੀ ਕਰ ਸਕਦੇ ਨੇ, ਉਹ ਸਟੂਡੈਂਟ ਦੀ ਆਪਣੀ ਮਰਜ਼ੀ ਹੈ। ਬਟ ਅਸੀਂ ਕਦੇ ਵੀ ਸਟੂਡੈਂਟ ਨੂੰ ਪ੍ਰਮੋਟ ਨਹੀਂ ਕਰਦੇ ਕਿ ਉਹ ਪੈਕੇਜ ਵੱਲ ਜਾਵੇ। ਤੇ ਤੁਸੀਂ ਹਾਲੇ ਤੱਕ ਕਿੰਨੇ ਕੁ ਬੱਚਿਆਂ ਦੇ ਬਾਹਰ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰ ਚੁੱਕੇ ਹੋ? ਅਸੀਂ ਕਾਫੀ ਸਟੂਡੈਂਟਸ ਨੂੰ ਸੁਪਨੇ ਸਾਕਾਰ ਕਰ ਚੁੱਕੇ ਹਾਂ ਜੀ। ਮੋਸਟਲੀ ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦਾ ਕਿ ਸਾਡੇ ਵੱਲੋਂ ਜਿਹੜਾ ਵੀ ਸਟੂਡੈਂਟਸ ਹੈ ਉਹ A+ ਕੰਟਰੀਜ਼ 'ਚ ਜਾਵੇ। A+ ਕੰਟਰੀਜ਼ ਦਾ ਮਤਲਬ ਜਿੱਦਾਂ ਕਿ ਕੈਨੇਡਾ ਹੈ, ਆਸਟ੍ਰੇਲੀਆ ਹੈ, UK ਹੈ, USA ਹੈ ਜਾਂ ਨਿਊਜ਼ੀਲੈਂਡ ਹੈ। ਤੇ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਬੱਚਿਆਂ ਨੂੰ ਅੱਛੀ ਜਗ੍ਹਾ 'ਤੇ ਭੇਜਿਆ ਜਾਏ, ਜਿੱਥੇ ਉਹਨਾਂ ਦਾ ਅੱਛਾ ਫਿਊਚਰ, ਅੱਛਾ ਉਹ ਆਪਣਾ ਗਰੋ ਕਰਨ ਲਾਈਫ ਦੇ ਵਿੱਚ। ਠੀਕ ਹੈ। ਤੇ ਸਰ ਤੁਸੀਂ ਜਾਂਦੇ ਸਟੂਡੈਂਟਸ ਨੂੰ ਕੁਝ ਸੁਜੈਸਟ ਕਰਨਾ ਚਾਹੋਗੇ ਕਿ ਉਹਨਾਂ ਨੂੰ ਆਪਣੀ ਪ੍ਰੋਫਾਈਲ ਵਗੈਰਾ ਕਿੱਦਾਂ ਸਟਰੋਂਗ ਕਰਨੀ ਚਾਹੀਦੀ, ਕੀ ਚੀਜ਼ ਕਰਨਾ ਚਾਹੀਦਾ, ਥੋੜੀ ਜਿਹੀ ਗਾਈਡੈਂਸ? ਦੇਖੋ, ਸਟੂਡੈਂਟਸ ਨੂੰ ਮੈਂ ਸਪੈਸ਼ਲੀ ਇਹ ਕਹਿਣਾ ਚਾਹੁੰਦਾ ਕਿ ਅਗਰ ਤੁਸੀਂ ਜਦੋਂ ਵੀ ਆਪਣੀ ਫਾਈਲ ਲਗਾਉਣੀ ਹੈ, ਤੁਸੀਂ ਆਪ ਨਾਲ ਅਵੇਅਰ ਰਹੋ, ਇਕੱਲੇ ਕੰਸਲਟੈਂਟ ਤੇ ਨਾ ਛੱਡੋ। ਸਪੈਸ਼ਲੀ ਆਪਣੀ SOP ਨੂੰ ਬਿਲਕੁਲ ਸਟਰੋਂਗ ਲਗਾਓ। ਹੁਣ ਜਿੱਦਾਂ ਕਿ ਅਸੀਂ ਵੀ ਅਗਰ ਕੋਈ ਵੀ ਫਾਈਲ ਲਗਾਉਂਦੇ ਆ, ਚਾਹੇ ਮੇਰੀ ਬਠਿੰਡਾ ਬ੍ਰਾਂਚ ਦੀ ਹੈ, ਚਾਹੇ ਲੁਧਿਆਣਾ ਬ੍ਰਾਂਚ ਦੀ ਹੈ, ਚਾਹੇ ਜਲੰਧਰ ਬ੍ਰਾਂਚ ਦੀ ਹੈ, ਉਹ 3 ਟਾਇਰ ਦੇ ਸਿਸਟਮ 'ਚੋਂ ਨਿਕਲ ਕੇ ਜਾਂਦੀ ਹੈ। ਫਸਟ ਟਾਇਰ ਸਿਸਟਮ ਹੁੰਦਾ ਸਾਡਾ, ਜਿੱਥੇ ਸਾਡੇ ਮੈਡਮ ਜਿਹੜੇ ਫਾਈਲਰ ਹੈਗੇ ਨੇ ਤਿਆਰ ਕਰਦੇ। ਸੈਕਿੰਡ ਤੇ ਸਾਡੇ ਮੈਨੇਜਰ ਚੈੱਕ ਕਰਦੇ। ਥਰਡ ਤੇ ਮੈਂ ਇਹ ਸਮਝਦਾ ਕਿ ਮੈਂ ਹਰ ਫਾਈਲ ਨੂੰ ਖੁਦ ਚੈੱਕ ਕਰਦਾ, ਹਰ ਇੱਕ ਦੀ SOP ਮੈਂ ਖੁਦ ਪੜ੍ਹਦਾ, ਤਾਂ ਕਿ ਮੇਰਾ ਇਹ ਮੰਨਣਾ ਹੈਗਾ ਕਿ ਤੁਸੀਂ ਕੇਵਲ ਸਾਨੂੰ ਇੱਕ ਫਾਈਲ ਜਾਂ ਕੇਸ ਨਹੀਂ ਹੈ, ਤੁਸੀਂ ਆਪਣਾ ਫਿਊਚਰ ਸਾਡੇ ਹੱਥਾਂ 'ਚ ਦਿੱਤਾ ਤੇ ਸਾਡੇ ਮੋਰਲ ਐਥਿਕਸ ਔਰ ਰਿਸਪੌਂਸਿਬਿਲਿਟੀਜ਼ ਬਣਦੀਆਂ ਕਿ ਅਸੀਂ ਉਸ ਚੀਜ਼ ਨੂੰ ਪੂਰੀ ਤਵੱਜੋ ਨਾਲ ਕਰੀਏ, ਤਾਂ ਕਿ ਤੁਹਾਡਾ ਦੇਖੋ ਵੀਜ਼ਾ ਦੇਣਾ ਜਾਂ ਨਾ ਦੇਣਾ ਐਮਬੈਸੀ ਦੀ ਮਰਜ਼ੀ ਹੈ, ਬਟ ਸਾਡੇ ਵੱਲੋਂ ਫਾਈਲ 'ਚ ਕਦੀ ਕੋਈ ਕਮੀ ਨਾ ਰਹੇ, ਫਾਈਲ ਪੂਰੀ 100% ਸਟਰੋਂਗ ਐਮਬੈਸੀ 'ਚ ਪੁੱਟ ਅਪ ਕਰੀਏ। ਇਸ ਕਰਕੇ ਅਸੀਂ ਬੋਡੀ ਰਿਸਰਚ ਵੀ ਕਰਦੇ ਹਾਂ। ਤੇ ਸਰ ਇੱਕ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ ਜਿਹੜੇ ਬੱਚੇ ਇਨਡਾਇਰੈਕਟ ਰੂਟ ਦੇ ਵਿੱਚ ਜਾਣਾ ਚਾਹੁੰਦੇ ਨੇ, ਤੇ ਇਹਦੇ ਵਿੱਚ ਕਿਹੜਾ ਵਧੀਆ ਵੇ ਆ? ਦੇਖੋ, ਪਹਿਲਾਂ ਤਾਂ ਮੈਂ ਸਟੂਡੈਂਟਸ ਨੂੰ ਇਹੀ ਗਾਈਡ ਕਰਾਂਗਾ ਕਿ ਇਨਡਾਇਰੈਕਟ ਰੂਟ ਦੇ ਥਰੂ ਨਾ ਜਾਓ। ਥੋੜੀ ਜਿਹੀ ਪੇਸ਼ੈਂਸ ਰੱਖੋ, 21 ਤਰੀਕ ਤੋਂ ਬਾਅਦ ਹੋ ਸਕਦਾ ਹੈ ਕੈਨੇਡਾ ਫਲਾਈਟ ਸਟਾਰਟ ਕਰ ਦੇ, ਪਰ ਫਿਰ ਵੀ ਜੇ ਸਟੂਡੈਂਟਸ ਨੂੰ ਕੋਈ ਅਰਜੈਂਸੀ ਜਾਂ ਐਮਰਜੈਂਸੀ ਹੈ ਤਾਂ ਇਨਡਾਇਰੈਕਟ ਰੂਟ ਤੇ ਜਾ ਸਕਦੇ ਨੇ। ਉਹਦੇ ਲਈ ਜਿਹੜੇ 2-3 ਰੂਟਸ ਹੁਣ ਚੱਲ ਰਹੇ ਨੇ, ਉਹਦੇ ਵਿੱਚ ਮੈਂ ਸਪੈਸ਼ਲੀ ਕਹਿਣਾ ਚਾਹੁੰਦਾ ਕਤਰ ਵਾਲੇ ਪਾਸੇ ਬਿਲਕੁਲ ਨਾ ਜਾਈਓ। ਉੱਥੇ 10 ਕੁ ਦਿਨ ਦਾ ਤਕਰੀਬਨ ਉੱਥੇ ਉਹਨਾਂ ਨੇ ਕੁਆਰੰਟੀਨ ਦਾ ਰੱਖਦਾ। ਔਰ ਅਗਰ ਜਾਣਾ ਹੈ तो मैक्सीको वाला रूट ठीक है, या सर्बिया वाला रूट ठीक है, या एक अजकल साउथ अफ्रीका वाला रूट है। वो 3 रूट्स ਤੋਂ ਤੁਸੀਂ ਕੋਈ रूट ਲੈ ਸਕਦੇ ਹੋ। ਵੈਸੇ ਮੈਕਸੀਕੋ ਦਾ ਮੈਂ ਸਪੈਸ਼ਲੀ ਦੇਖਿਆ ਕਿ ਕਈ ਸਟੂਡੈਂਟਸ ਉੱਥੋਂ ਸੇਫਲੀ ਪਹੁੰਚ ਚੁੱਕੇ ਨੇ ਤੇ ਉਹ ਕਰਨ। ਪਲੱਸ ਜਦੋਂ ਜਾਣਾ ਹੈ ਇੱਥੇ ਜਾਣ ਤੋਂ ਪਹਿਲਾਂ ਆਪਣਾ ਕੋਵਿਡ ਟੈਸਟ ਜ਼ਰੂਰ ਕਰਾ ਕੇ ਜਾਣ, ਕਿ ਅਗਰ ਉੱਥੋਂ ਹੀ ਨੈਗੇਟਿਵ ਹੈ ਤਾਂ ਵਧੀਆ। ਉੱਥੇ ਜਾ ਕੇ ਅਗਰ ਤੁਸੀਂ ਪੋਜ਼ਿਟਿਵ ਨਿਕਲੇ ਤਾਂ ਫਿਰ ਉੱਥੇ ਤੁਹਾਨੂੰ ਕੁਆਰੰਟਾਈਨ ਕਰਨਾ ਪਏਗਾ, ਉੱਥੇ ਤੁਹਾਡਾ ਖਰਚਾ ਬਹੁਤ ਜ਼ਿਆਦਾ ਆਏਗਾ। ਸਰ 9 ਲੱਖ ਵਿੱਚ ਯੂਕੇ ਕਿਵੇਂ ਪੋਸੀਬਲ ਹੈ? ਦੇਖੋ 9 ਲੱਖ ਰੁਪਏ ਦੇ ਵਿੱਚ ਬਿਲਕੁਲ ਪੋਸੀਬਲ ਹੈਗਾ। ਯੂਕੇ ਦੀ ਅਗਰ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਫੀਸ ਹੁੰਦੀ ਹੈ 1 ਸਾਲ ਦੀ, ਉਹ ਹੁੰਦੀ 11 ਤੋਂ 12 ਲੱਖ ਰੁਪਏ, 11,000 ਪਾਉਂਡਸ ਜਾਂ 12,000 ਪਾਉਂਡਸ। ਉਹਦੇ ਵਿੱਚੋਂ ਅੱਧੀ ਫੀਸ, ਯਾਨੀ ਕਿ ਅਗਰ 12 ਲੱਖ ਵੀ ਆਪਾਂ ਲਾ ਕੇ ਚੱਲਦੇ ਆ, 6 ਲੱਖ ਫੀਸ ਕਈ ਯੂਨੀਵਰਸਿਟੀਆਂ ਅਸੈਪਟ ਕਰਦੀਆਂ, ਜਿਹੜੀਆਂ 6 ਲੱਖ ਰੁਪਏ ਫੀਸ ਤੁਸੀਂ ਇੱਥੋਂ ਦੇ ਕੇ ਜਾ ਸਕਦੇ ਹੋ। ਪਲੱਸ ਜਿਹੜੇ ਬੱਚੇ ਬੈਚਲਰਸ ਲਈ ਜਾ ਰਹੇ ਨੇ ਤੇ ਉਹਨਾਂ ਦਾ ਤਕਰੀਬਨ 2 ਲੱਖ ਰੁਪਏ ਦੇ ਆਸ-ਪਾਸ ਹੈਲਥ ਇੰਸ਼ੋਰੈਂਸ ਦਾ ਖਰਚਾ ਆਉਂਦਾ ਹੈ। ਉਸ ਤੋਂ ਇਲਾਵਾ 35,000 ਰੁਪਏ ਐਮਬੈਸੀ ਫੀਸ ਹੈ। ਬਸ ਇਹੀ ਖਰਚਾ ਹੈਗਾ। ਅਗਰ ਤੁਸੀਂ ਸਾਡੀ ਪ੍ਰੋਸੈਸਿੰਗ ਫੀਸ ਵੀ ਨਾਲ ਜੋੜ ਦਿਓ ਤਾਂ ਜਾ ਕੇ ਕਿਤੇ 9 ਲੱਖ ਦੇ ਕਰੀਬ ਪਹੁੰਚਦਾ।
ਤੇ ਸਰ ਜਿਹੜੇ ਸਟੂਡੈਂਟਸ ਦੇ 5.5 ਬੈਂਡ ਇੱਕ ਮੋਡਿਊਲ ਦੇ ਵਿੱਚ ਆਉਂਦੇ ਆ ਔਰ ਓਵਰਆਲ 6 ਬੈਂਡਸ ਹੁੰਦੇ ਆ, ਉਹ ਬੱਚਿਆਂ ਨੂੰ ਕੀ ਕਰਨਾ ਚਾਹੀਦਾ? ਦੇਖੋ ਕੈਨੇਡਾ ਦੇ ਵਿੱਚ ਵੈਸੇ ਤਾਂ ਪਹਿਲਾਂ ਮੈਂ ਸਟੂਡੈਂਟਸ ਨੂੰ ਇਹੀ ਕਹਾਂਗਾ ਕਿ ਅਗਰ ਤੁਸੀਂ ਇੱਕ ਵਾਰੀ ਆਇਲਸ ਹੋਰ ਰਿਪੀਟ ਕਰ ਸਕਦੇ ਹੋ ਤੇ ਕਰ ਲਓ ਤੇ 6 ਈਚ ਲੈ ਲਓ ਤਾਂ ਕਿ ਤੁਹਾਡਾ ਜਿਹੜਾ ਕਿ ਇਸੇ ਐਸਡੀਐਸ ਕੈਟਾਗਰੀ 'ਚ ਲੱਗੇ। ਬਟ ਫਿਰ ਵੀ ਅਗਰ ਮੰਨ ਲਓ ਕਿਸੇ ਕਾਰਨ ਵਿੱਚ 2-3-4 ਵਾਰੀ ਸਟੂਡੈਂਟ ਦੇ ਚੁੱਕਾ ਹੈ, ਅਗਰ ਉਹਦਾ ਨਹੀਂ ਉਹਨਾਂ ਨੂੰ ਕਰ ਪਾ ਰਿਹਾ ਕਿ 6 ਈਚ ਨਹੀਂ ਆ ਪਾ ਰਹੇ, ਫਿਰ ਮੇਰੇ ਕੋਲ ਬਹੁਤ ਵਧੀਆ ਇੱਕ ਨਰਨਰੀ ਇੰਸਟੀਚਿਊਟਸ ਹੈਗੇ ਨੇ ਜਿਹੜੇ ਕਿ AIPP ਏਰੀਆ 'ਚ ਪੈਂਦੇ ਨੇ, ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ, ਜਿੱਥੇ ਕਿ ਵੀਜ਼ਾ ਸਕਸੈਸ ਬਹੁਤ ਜ਼ਿਆਦਾ ਰਹਿੰਦੀ ਹੈ ਤੇ ਜਾਂ ਉਹ RNIP ਏਰੀਆਸ 'ਚ ਕਰ ਸਕਦੇ ਨੇ। ਉੱਥੇ ਉਹਨਾਂ ਦੇ ਚਾਂਸਸ ਹੈਗੇ ਨੇ ਕਿ ਉਹ ਵੀਜ਼ਾ ਉਹਨਾਂ ਨੂੰ ਮਿਲ ਜਾਏਗਾ 5.5 ਇੱਕ ਦੇ ਵਿੱਚ ਵੀ। ਬਟ ਮੈਂ ਇਹ ਬਿਲਕੁਲ ਕਹਿਣਾ ਚਾਹੁੰਦਾ ਕਿ ਅਗਰ ਤੁਹਾਡੇ ਇੱਕ 'ਚ 5.5 ਹੈਗੇ ਨੇ, ਤੁਸੀਂ ਟੋਰਾਂਟੋ ਵੈਨਕੂਵਰ ਨਾ ਅਪਲਾਈ ਕਰੋ, ਉੱਥੇ ਤੁਹਾਡੇ ਵੀਜ਼ਾ ਚਾਂਸਸ ਘੱਟ ਰਹਿਣਗੇ, ਬਹੁਤ ਘੱਟ ਰਹਿਣਗੇ ਬਨਿਸਬਤ ਅਗਰ ਤੁਸੀਂ AIPP ਏਰੀਆ ਜਾਂ RNIP ਏਰੀਆ 'ਚ ਕਰੋ। AIPP ਏਰੀਆ ਹੈਗਾ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ, ਜਿਹਦੇ ਵਿੱਚ 4 ਪ੍ਰੋਵਿੰਸਿਸ ਆਉਂਦੀਆਂ, ਨੋਵਾ ਸਕੋਸ਼ੀਆ, ਨਿਊ ਬਰਾਊਨਸਵਿਕ, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਔਰ ਪ੍ਰਿੰਸ ਐਡਵਰਡ ਆਈਲੈਂਡ। ਇਹਦੇ ਵਿੱਚ ਇਮੀਗ੍ਰੇਸ਼ਨ ਖੁਦ ਚਾਹੁੰਦਾ, ਤੁਸੀਂ ਖੁਦ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ ਸਟੂਡੈਂਟਸ, ਤੇ ਉਹ ਬੈਟਰ ਰਹੇਗਾ ਕਿਉਂਕਿ ਇਮੀਗ੍ਰੇਸ਼ਨ ਖੁਦ ਚਾਹੁੰਦਾ ਕਿ ਉਹਨਾਂ ਏਰੀਆ ਨੂੰ ਵਸਾਇਆ ਜਾਏ। ਉੱਥੇ ਥੋੜੀ ਜਿਹੀ ਹਾਲੇ ਪੋਪੂਲੇਸ਼ਨ ਉਹਨਾਂ ਦੀ ਘੱਟ ਹੈ, ਪਲੱਸ ਉੱਥੇ ਸਭ ਤੋਂ ਵੱਡਾ ਬੈਨੀਫਿਟ ਹੋਰ ਵੀ ਹੈਗਾ, ਅਗਰ ਤੁਸੀਂ 16 ਮੰਥ ਦੀ ਉੱਥੇ ਸਟੱਡੀ ਕਰ ਲੈਂਦੇ ਹੋ, ਉਸ ਤੋਂ ਬਾਅਦ ਤੁਹਾਨੂੰ ਡਾਇਰੈਕਟ PR ਮਿਲਦੀ ਹੈ ਤੇ ਇਸ ਕਰਕੇ ਉੱਥੇ ਸਟੂਡੈਂਟ ਦਾ ਵੀਜ਼ਾ ਸਕਸੈਸ ਵੀ ਜ਼ਿਆਦਾ ਹੈ ਔਰ ਉਹਨਾਂ ਨੂੰ PR ਵੀ ਈਜ਼ੀਲੀ ਮਿਲਦੀ ਹੈ। ਤੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ 5.5 ਵਾਲੇ ਸਟੂਡੈਂਟਸ ਨੂੰ AIPP ਏਰੀਆ ਜਾਂ RNIP ਏਰੀਆ 'ਚ ਭੇਜਿਆ ਜਾਏ। ਤੇ ਸਰ ਇੱਕ ਗੱਲ ਹੋਰ ਮੈਂ ਪੁੱਛਣਾ ਚਾਹਾਂਗੀ ਕਿ UK ਦੇ ਵਿੱਚ ਕੀ ਐਲੀਜੀਬਿਲਟੀਜ਼ ਚਾਹੀਦੀ ਬੱਚੇ ਨੂੰ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ? ਦੇਖੋ UK ਦੇ ਵਿੱਚ ਸਿੰਪਲ ਹੈ ਜੀ, ਅਗਰ ਤੁਸੀਂ +2 ਕੀਤੀ ਹੈ ਤੁਹਾਨੂੰ ਬੈਚਲਰਸ ਲਈ ਜਾਣਾ ਹੈ। ਬੈਚਲਰਸ ਲਈ ਜਾਂ ਤਾਂ ਤੁਹਾਡੇ ਆਇਲਸ ਦੇ ਵਿੱਚ ਅਗਰ 5.5 ਈਚ ਹੈਗੇ ਨੇ ਤੇ ਬਹੁਤ ਵਧੀਆ ਗੱਲ ਹੈ, ਨਹੀਂ ਤੇ +2 ਇੰਗਲਿਸ਼ ਦੇ ਵਿੱਚੋਂ ਅਗਰ 60% ਨੰਬਰ ਹੈਗੇ ਨੇ, ਓਵਰਆਲ ਚਾਹੇ ਤੁਹਾਡੇ 50% ਨੰਬਰ ਨੇ, ਤੇ ਸਾਡੇ ਕੋਲ 1-2 ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ ਤੁਹਾਨੂੰ ਐਡਮਿਸ਼ਨਸ ਦੇ ਦੇਣਗੀਆਂ ਔਰ ਅੱਛੀਆਂ ਯੂਨੀਵਰਸਿਟੀਜ਼ ਹੈ, ਸਟੇਟ ਯੂਨੀਵਰਸਿਟੀਜ਼ ਹੈ। ਔਰ ਉਹਦੀ ਸਪੈਸ਼ਲੀ ਇੱਕ ਹੋਰ ਖਾਸੀਅਤ ਹੈ ਕਿ ਉਹਦੀ ਫੀਸ ਵੀ ਸਿਰਫ 10,235 ਪਾਉਂਡ ਹੈਗੀ ਹੈ, ਯਾਨੀ ਕਿ 10 ਲੱਖ ਰੁਪਏ ਦੇ ਆਸ-ਪਾਸ। ਤੇ ਇੰਨੀ ਫੀਸ ਘੱਟ ਦੇ ਵਿੱਚ ਨਾਰਮਲੀ ਯੂਨੀਵਰਸਿਟੀਜ਼ ਨਹੀਂ ਮਿਲਦੀਆਂ UK ਦੇ ਵਿੱਚ। ਸੈਕੰਡਲੀ ਜਿਹੜੇ ਸਟੂਡੈਂਟਸ ਦੇ +2 ਇੰਗਲਿਸ਼ ਦੇ ਵਿੱਚੋਂ 70% ਮਾਰਕਸ ਹੈਗੇ ਨੇ ਔਰ +2 2017 ਤੋਂ ਬਾਅਦ ਕੀਤੀ ਹੋਈ ਹੈ, ਤੇ ਉਹ ਹੋਰ ਵੀ ਕਈ ਯੂਨੀਵਰਸਿਟੀਜ਼ ਹੈਗੀਆਂ ਸਾਡੇ ਕੋਲ ਲੰਡਨ ਦੇ ਵਿੱਚ, ਔਰ ਉੱਥੇ ਵੀ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਭੇਜ ਸਕਦੇ ਹਾਂ ਵਿਦਆਊਟ ਆਇਲਸ। ਬਟ ਵਿਦਆਊਟ ਆਇਲਸ ਵਿਦਆਊਟ ਇੰਗਲਿਸ਼ ਨਹੀਂ, ਉਹ ਬੱਚੇ ਨੂੰ ਇੰਗਲਿਸ਼ ਘੱਟੋ ਘੱਟ ਬੋਲਣੀ ਆਉਂਦੀ ਹੋਵੇ ਤੇ ਅਸੀਂ ਉਹਨਾਂ ਨੂੰ ਬਿਲਕੁਲ UK ਉਹਨਾਂ ਦਾ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਾਂ। ਸਟੂਡੈਂਟਸ ਦਾ ਅਸੀਂ SDS ਕੇਸ ਦੇ ਵਿੱਚ ਕੇਸ ਫਾਈਲ ਕੀਤਾ, ਸਾਰਿਆਂ ਨੂੰ ਵੀਜ਼ਾ ਤੱਕ ਪਹੁੰਚਾਇਆ। ਥੈਂਕ ਯੂ ਸਰ ਬਹੁਤ ਬਹੁਤ ਸਾਡੇ ਸ਼ੋਅ ਨਾਲ ਜੁੜਨ ਵਾਸਤੇ ਤੇ ਸਟੂਡੈਂਟਸ ਨੂੰ ਇੰਨੀ ਅੱਛੀ ਗਾਈਡੈਂਸ ਦੇਣ ਲਈ। ਥੈਂਕ ਯੂ ਜੀ ਤੁਹਾਡਾ, ਤੁਸੀਂ ਸਾਨੂੰ ਮੌਕਾ ਦਿੱਤਾ ਹੈ ਆਪਣੇ ਚੈਨਲ ਤੇ। ਤੇ ਮੈਂ ਇਹ ਜਾਂਦੇ ਇਹੀ ਕਹਿਣਾ ਚਾਹਾਂਗੀ ਕਿ ਅਗਰ ਤੁਹਾਡੇ ਕੋਈ ਵੀ ਸਵਾਲ ਨੇ ਤੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ। ਤੇ ਸਰ ਦਾ ਸਕਰੀਨ ਤੇ ਤੁਹਾਨੂੰ ਨੰਬਰ ਤੇ ਐਡਰੈਸ ਦਿੱਤਾ ਹੋਇਆ ਹੈ, ਤੁਸੀਂ ਇੱਥੇ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ, ਅਪਾਇੰਟਮੈਂਟ ਲੈ ਸਕਦੇ ਹੋ ਤਾਂ ਕਿ ਤੁਹਾਨੂੰ ਅੱਛੀ ਗਾਈਡੈਂਸ ਮਿਲੇ। ਜਾਂਦੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਜੇ ਅੱਜ ਦਾ ਦਿਨ ਮਾੜਾ ਹੈ ਤੇ ਕੱਲ੍ਹ ਦਾ ਬਹੁਤ ਅੱਛਾ ਹੋ ਸਕਦਾ ਹੈ, ਤੇ ਅੱਜ ਦੇ ਦਿਨ ਤੇ ਨਿਰਾਸ਼ ਨਾ ਹੋ ਕੇ ਕੱਲ੍ਹ ਲਈ ਆਪਣੀ ਕੜੀ ਮਿਹਨਤ ਕਰੋ। ਤੇ ਫਿਰ ਮਿਲਾਂਗੀ ਇੱਕ ਨਵੇਂ ਸ਼ੋਅ ਦੇ ਨਾਲ ਜਿਹਦੇ ਵਿੱਚ ਤੁਹਾਡੇ ਸਾਰੇ ਜਣਿਆਂ ਦਾ ਫਾਇਦਾ ਹੋਵੇ। ਤਦ ਤੱਕ ਲਈ ਬਣੇ ਰਹੋ ਗਲੋਬਲ ਹੈਡਲਾਈਨ ਨਿਊਜ਼ ਦੇ ਨਾਲ।